ਸਤਿ ਸ਼੍ਰੀ ਅਕਾਲ ਜੀ। ਸਾਡੇ ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਤਾਂ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ। ਮੈਂ ਸ਼ੈਰੀ ਔਰ ਬੁਲੇਟਿਨ ਦਾ ਆਗਾਜ਼ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। BC 'ਚ COVID-19 ਰਿਲੀਫ ਗ੍ਰਾਂਟ ਦਾ ਹੋਇਆ ਐਲਾਨ। ਰੋਜ਼ਗਾਰ ਮੰਤਰੀ ਰਵੀ ਕਾਲੋ ਨੇ ਦਿੱਤੀ ਰਿਲੀਫ ਫੰਡ ਸੰਬੰਧੀ ਜਾਣਕਾਰੀ। ਦੋ 2022 ਦੇ ਵਿੱਚ ਕੈਨੇਡੀਅਨ ਲੋਹੜੀ ਦੇ ਵਿੱਚ ਕੀ ਤਬਦੀਲੀ? ਪਾਬੰਦੀਆਂ ਦੇ ਬਾਵਜੂਦ ਵੀ ਕੀ ਲੋਕ ਮਨਾ ਰਹੇ ਨੇ ਲੋਹੜੀ। ਮਾਹਰਾਂ ਦਾ ਕਹਿਣਾ ਹੈ ਕਿ ਆਮ ਆਬਾਦੀ ਲਈ ਚੌਥੀ ਖੁਰਾਕ ਦੀ ਅਜੇ ਨਹੀਂ ਲੋੜ। NACI ਨੇ ਇਮਿਊਨੋ ਕੰਪਰੋਮਾਈਜ਼ਡ ਖੁਰਾਕਾਂ ਦੀ ਵਧੇਰੇ ਲੋਕਾਂ ਲਈ ਕੀਤੀ ਸਿਫਾਰਿਸ਼। ਖਬਰਾਂ ਵਿਸਥਾਰ ਦੇ ਨਾਲ। COVID-19 ਕਲੋਜ਼ਰ ਰਿਲੀਫ ਗ੍ਰਾਂਟ ਜੋ ਕਿ ਸੂਬਾ ਸਰਕਾਰ ਦੇ ਵੱਲੋਂ ਉਹਨਾਂ ਕਾਰੋਬਾਰਾਂ ਦੀ ਸਹਾਇਤਾ ਲਈ ਤੇਜ਼ੀ ਨਾਲ ਚਲਾਇਆ ਜਾਣ ਵਾਲਾ ਇੱਕ ਨਵਾਂ ਪ੍ਰੋਗਰਾਮ ਹੈ ਜਿਨ੍ਹਾਂ ਨੂੰ ਹਾਲੇ ਤੱਕ ਜਨਤਕ ਸਿਹਤ ਉਪਾਵਾਂ ਦੇ ਕਾਰਨ ਅਰਜ਼ੀ ਦਰਵਾਜ਼ੇ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਸੀ। ਇਸ ਲਈ ਕਾਰੋਬਾਰੀ ਹੁਣ ਅਰਜ਼ੀ ਦੇ ਸਕਦੇ ਨੇ। ਇਸ ਅਰਜ਼ੀ ਨੂੰ ਦੇਣ ਦੀ ਪ੍ਰਕਿਰਿਆ ਕੀ ਹੋਵੇਗੀ? ਗੱਲਬਾਤ ਕਰਦੇ ਹਾਂ ਰੋਜ਼ਗਾਰ ਮੰਤਰੀ ਰਵੀ ਕਾਲੋ ਦੇ ਨਾਲ। ਰਵੀ ਕਾਲੋ ਜੀ, ਸਭ ਤੋਂ ਪਹਿਲਾਂ ਤਾਂ ਲੋਹੜੀ ਦੀਆਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ। ਔਰ ਲੋਹੜੀ ਦੇ ਮੌਕੇ ਦੇ ਉੱਤੇ ਸਪੈਸ਼ਲੀ ਜੋ ਕਾਰੋਬਾਰੀਆਂ ਨੂੰ, ਜੋ ਆਮ ਜਨਤਾ ਨੂੰ ਤੁਹਾਡੇ ਵੱਲੋਂ ਤੋਹਫਾ ਦਿੱਤਾ ਗਿਆ ਉਹ ਤਾਂ ਬਹੁਤ ਹੀ ਜ਼ਿਆਦਾ ਕਹਿ ਸਕਦੇ ਹਾਂ ਵੀ ਇੱਕ ਚੰਗੀ ਮਿਸਾਲ ਹੈ ਤੇ ਲੋਕ ਕਾਫੀ ਖੁਸ਼ ਹੋ ਗਏ ਨੇ। ਲੋਹੜੀ ਦੀ ਮੁਬਾਰਕ ਤੁਹਾਨੂੰ ਵੀ ਤੇ ਸਾਰੇ ਵਿਊਅਰਸ ਨੂੰ ਤੇ ਹੋਪਫੁਲੀ ਸਾਰੇ ਸੇਫ ਵੇ ਵਿੱਚ ਸੈਲੀਬ੍ਰੇਟ ਕਰ ਸਕਦੇ ਆਪਣੀ ਫੈਮਿਲੀਜ਼ ਦੇ ਨਾਲ। ਜੀ, ਸੋ ਇਸ ਪ੍ਰੋਗਰਾਮ ਸੰਬੰਧੀ ਰਵੀ ਜੀ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਪ੍ਰੋਗਰਾਮ ਜਿਹੜਾ ਲਾਂਚ ਕੀਤਾ ਗਿਆ, ਜਿਹਦਾ ਐਲਾਨ ਕੀਤਾ ਗਿਆ, ਇਸ ਗ੍ਰਾਂਟ ਪ੍ਰੋਗਰਾਮ ਦੇ ਜ਼ਰੀਏ ਲੋਕਾਂ ਨੂੰ ਕਿਸ ਤਰ੍ਹਾਂ ਦੇ ਲੋਕਾਂ ਨੂੰ ਇੱਕ ਤਾਂ ਮਦਦ ਮਿਲੇਗੀ ਔਰ ਇਹ ਪ੍ਰੋਗਰਾਮ ਕਿਵੇਂ ਕੰਮ ਕਰੇਗਾ? Well, about 2,500 businesses BC ਵਿੱਚ ਸਾਨੂੰ ਬੰਦ ਕਰਨੀਆਂ ਪਈਆਂ। Of course, ਜੇ ਤੁਸੀਂ compare ਕਰੋ ਬਾਕੀ country ਦੇ ਨਾਲ, ਸਭ ਤੋਂ least amount of shutdowns businesses ਤੇ BC ਵਿੱਚ ਸੀ। ਤੇ ਇਹ ਜਿਹੜੀਆਂ 2,500 businesses, obviously ਇਹਨਾਂ ਦੀ ਬਹੁਤ ਮੁਸ਼ਕਲ ਟਾਈਮ ਆ। banquet halls, ਜਿਹੜੇ fitness centers, yoga studios, so ਉਹਨਾਂ ਲਈ ਅਸੀਂ announce ਕੀਤਾ ਵੀ ਇੱਕ ਨਿਊ ਗ੍ਰਾਂਟ ਪ੍ਰੋਗਰਾਮ। ਇਹ ਪ੍ਰੋਗਰਾਮ ਦੇ ਗ੍ਰਾਂਟ ਵਾਪਸ ਪੇ ਨਹੀਂ ਕਰਨਾ ਪੈਣਾ। ਇਹ ਪੈਸੇ ਆ ਸੋ ਦ ਬਿਜ਼ਨਸਿਸ ਆਪਣੇ ਖਰਚੇ ਕਵਰ ਕਰ ਸਕਦੇ ਆ ਅਪ ਟੂ $10,000। ਤੇ ਇਹ ਜਿਹੜਾ ਪ੍ਰੋਗਰਾਮ ਅਸੀਂ ਅਨਾਉਂਸ ਕੀਤਾ, ਇਹ ਪਾਰਟਨਰਸ਼ਿਪ ਆ ਵਿਦ ਅ ਫੈਡਰਲ ਪ੍ਰੋਗਰਾਮ which provides up to 75% wages ਤੇ rent subsidy। ਸੋ ਦੋਨੇ ਪ੍ਰੋਗਰਾਮ ਇਕੱਠੇ ਹੋ ਕੇ ਕਾਫੀ ਸਪੋਰਟ ਆ ਫॉर ਸਾਡੇ ਬਿਜ਼ਨਸਿਸ ਲਈ। ਜੀ, ਰਵੀ ਜੀ, ਕਿਹੜੀ ਕੈਟਾਗਰੀ ਹੈ ਜਿਹੜੀ ਕਾਰੋਬਾਰੀਆਂ ਦੀ ਇਸ ਦੇ ਵਿੱਚ ਸ਼ਾਮਿਲ ਹੋਏਗੀ? ਕਿਉਂਕਿ ਯਕੀਨਨ ਸਾਫ਼ ਤੌਰ 'ਤੇ ਇਹ ਗੱਲ ਕਹੀ ਹੈ ਕਿ ਵੀ ਜਿਹੜੇ ਕੋਵਿਡ ਕਰਕੇ ਕਾਰੋਬਾਰ ਬੰਦ ਹੋਏ ਨੇ ਉਹੀ ਸ਼ਾਮਿਲ ਹੋਣਗੇ, ਪਰ ਇੱਕ ਲਿਸਟ ਵੀ ਜਿਹੜੀ ਬਣਾਈ ਗਈ ਹੈ ਵੀ ਇਹ ਜਿਹੜੀ ਕੈਟਾਗਰੀ ਹੈ ਇਹ ਸ਼ਾਮਿਲ ਹੋਏਗੀ ਇਸ ਰਾਹਤ ਰਾਸ਼ੀ ਵਾਸਤੇ। Well, bars, nightclubs, fitness centers, ਜਿਹੜੇ gyms ਆ, ਜਿਹੜੇ ਵੀ businesses ਜਿਹੜੇ recent provincial health office ਨਾਲ order ਨਾਲ ਬੰਦ ਕੀਤੇ ਆ, ਉਹਨਾਂ ਲਈ ਇਹ support ਆ ਜਿਨ੍ਹਾਂ ਨੂੰ ਸਾਨੂੰ close ਕਰਨਾ ਪਿਆ because of health issues। So ਉਹਨਾਂ ਲਈ ਇਹ direct supports ਆ। Of course, ਸਾਡੇ banquet halls, many ਸਾਡੇ community 'ਚ OVS funding ਦੇ ਨਾਲ included ਆ। ਜੀ, ਰਵੀ ਜੀ, ਫੈਡਰਲ ਦੇ ਵੱਲੋਂ ਜਦੋਂ ਪਹਿਲਾਂ ਬਹੁਤ ਸਾਰੇ ਇੱਦਾਂ ਦੇ ਪ੍ਰੋਗਰਾਮ ਸ਼ੁਰੂ ਕੀਤੇ ਗਏ ਸੀ ਤਾਂ ਕਿ ਲੋਕਾਂ ਨੂੰ ਜਿਹੜੀ ਹੈ ਉਹ ਕਿਸੇ ਤਰੀਕੇ ਮਦਦ ਪਹੁੰਚਾਈ ਜਾ ਸਕੇ। ਕਾਰੋਬਾਰ ਬੰਦ ਹੋਏ ਨੇ, ਸਮਾਲ ਕਾਰੋਬਾਰ ਨੇ, ਉਹਨਾਂ ਨੂੰ ਹੈਲਪ ਮਿਲ ਸਕੇ। ਅਜਿਹੇ ਦੇ ਵਿੱਚ BC ਦੇ ਵਿੱਚ ਇਸ ਚੀਜ਼ ਨੂੰ ਰਿਵਿਊ ਕਿੱਦਾਂ ਕੀਤਾ ਜਾਏਗਾ ਕਿ ਇਹ ਕੈਟਾਗਰੀ ਦੇ ਜਿਹੜੇ ਲੋਕ ਹੈਗੇ ਨੇ ਉਹੀ ਸਿਰਫ ਇੱਥੇ ਲੌਗਇਨ ਕਰ ਸਕਦੇ ਨੇ ਜਾਂ ਆਪਣੀ ਜਿਹੜੀ ਅਰਜ਼ੀ ਹੈ ਉਹ ਐਪਲੀਕੇਸ਼ਨ ਜਿਹੜੀ ਹੈ ਉਹ ਫਿਲ ਕਰ ਸਕਦੇ ਨੇ? ਇਹ ਰਿਵਿਊ ਕਿਵੇਂ ਕੀਤਾ ਜਾਏਗਾ? ਕਿਉਂਕਿ ਪਿਛਲੇ ਸਮੇਂ ਅਸੀਂ ਦੇਖਿਆ ਸੀ ਕਿ ਫੈਡਰਲ ਪ੍ਰੋਗਰਾਮ ਜਦੋਂ ਲਾਂਚ ਕੀਤਾ ਗਿਆ ਸੀ ਤਾਂ ਉਹਦੇ ਵਿੱਚ ਕਈ ਤਰ੍ਹਾਂ ਦੀ ਧੋਖਾਧੜੀ ਹੈ ਜਿਹੜੀ ਸਾਹਮਣੇ ਆਈ ਸੀ। ਕਈ ਲੋਕਾਂ ਦੇ ਸ਼ਾਇਦ ਬਿਜ਼ਨਸ ਇੰਨੇ ਪ੍ਰਭਾਵਿਤ ਨਹੀਂ ਹੋਏ ਸੀਗੇ, ਪਰ ਉਹ ਵੀ ਜਿਹੜਾ ਉਹ ਗ੍ਰਾਂਟ ਲੈ ਰਹੇ ਸੀਗੇ। Well, ਇਹ ਕੰਸਰਨ ਬਹੁਤ ਵੱਡਾ ਕੰਸਰਨ ਆ। ਅਸੀਂ ਲੱਕੀ ਹਾਂ BC ਵਿੱਚ ਸਾਡਾ ਜਿਹੜਾ ਰਿਵਿਊ ਹੋਇਆ ਸੀ ਸਾਡੇ ਫੰਡਿੰਗ ਤੋਂ ਰਿਵਿਊ ਪੋਜ਼ਿਟਿਵ ਆਇਆ ਸੀ ਬਿਕਾਜ਼ ਅਸੀਂ ਜ਼ਿਆਦਾ ਪ੍ਰੀਕਾਸ਼ਨਸ ਪਾਏ ਸੀ ਸਿਸਟਮ ਵਿੱਚ ਸੋ ਦੈਟ ਅਸੀਂ ਜੇ ਕੋਈ ਫਰਾਡ ਕਰਨ ਦੀ ਕੋਸ਼ਿਸ਼ ਕਰਨੇ ਸੀ ਅਸੀਂ ਕੈਚ ਕਰ ਸਕਦੇ ਹਾਂ। ਆਫ ਕੋਰਸ ਜਦੋਂ ਤੁਸੀਂ ਇਹ ਮੈਜਰਸ ਪਾਉਂਦੇ ਹੋ ਥੋੜਾ ਜ਼ਿਆਦਾ ਟਾਈਮ ਲੱਗ ਜਾਂਦਾ ਬਿਜ਼ਨਸਿਸ ਨੂੰ ਪੈਸੇ ਦੇਣ ਲਈ, ਪਰ ਐਟਲੀਸਟ ਪਬਲਿਕ ਨੂੰ ਪਤਾ ਵੀ ਜਿਹੜੇ ਮੈਜਰਸ ਆ ਅਸੀਂ ਪਾਏ ਆ ਸੋ ਦੈਟ ਫਰਾਡ ਨਾ ਹੋਵੇ ਤੇ ਪੀਪਲ ਇਹ ਸਿਸਟਮ ਮਿਸਯੂਜ਼ ਨਾ ਕਰਨ। ਆਫ ਕੋਰਸ ਆਲਸੋ ਜਿਹੜੇ ਬਿਜ਼ਨਸਿਸ ਜਿਨ੍ਹਾਂ ਨੂੰ ਅਸੀਂ ਆਰਡਰ ਕੀਤਾ ਬੰਦ ਕਰਨ ਲਈ ਪਰ ਉਹ ਨਹੀਂ ਕਰ ਰਹੇ ਬੰਦ, ਕਹਿੰਦੇ ਅਸੀਂ ਡਿਫਾਇੰਸ ਵਿੱਚ ਆ, ਅਸੀਂ ਉਹਨਾਂ ਨੂੰ ਉਹ ਵੀ ਸਿਸਟਮ ਪਾਇਆ ਵੀ ਉਹਨਾਂ ਨੂੰ ਇਹ ਫੰਡਿੰਗ ਨਹੀਂ ਮਿਲ ਸਕਦੀ ਸੋ ਦੈਟ ਪਬਲਿਕ ਨੂੰ ਪਤਾ ਵੀ ਜਿਹੜੇ ਗਲਤ ਕਰ ਰਹੇ ਆ ਵੀ ਉਹਨਾਂ ਨੂੰ ਅਸੀਂ ਰਿਵਾਰਡ ਨਹੀਂ ਕਰਾਂਗੇ ਪ੍ਰੋਸੈਸ ਵਿੱਚ। ਜੀ, ਇਸ ਵਿਰੋਧ ਦੇ ਵਿੱਚ ਜ਼ਿਆਦਾਤਰ ਜਿਮ ਵਾਲੇ ਪਾਏ ਗਏ ਨੇ। ਜਿਮ ਵਾਲੇ ਕਹਿੰਦੇ ਨੇ ਕਾਰੋਬਾਰ ਸਾਡੇ ਜੁੜੇ ਨੇ, ਅਸੀਂ ਜਿਮ ਬੰਦ ਨਹੀਂ ਕਰ ਸਕਦੇ। ਤੇ ਜਿਹੜੇ ਲੋਕ ਵੀ ਨੇ ਜਿਹੜੇ ਪਰੇਸ਼ਾਨ ਨੇ ਉਹ ਕਹਿੰਦੇ ਉਹਨਾਂ ਲਈ ਵੀ ਇਹਨਾਂ ਦਿਨਾਂ 'ਚ ਐਕਸਰਸਾਈਜ਼ ਤਾਂ ਜ਼ਰੂਰੀ ਹੈ। ਸੋ ਜਿਮ ਵਾਲੇ ਕਾਫੀ ਖਫਾ ਨੇ। ਜਦੋਂ ਤੁਹਾਡੇ ਵੱਲੋਂ ਐਲਾਨ ਕੀਤਾ ਗਿਆ ਇਸ ਰਾਹਤ ਕਾਰਜ ਦਾ ਉਦੋਂ ਵੀ ਜਿਮ ਵਾਲੇ ਜ਼ਿਆਦਾ ਖੁਸ਼ ਨਹੀਂ ਹੋਏ, ਉਹ ਕਹਿੰਦੇ ਸਫੀਸ਼ੀਐਂਟ ਨਹੀਂ ਹੈ। ਸੋ ਅਜਿਹੇ ਦੇ ਵਿੱਚ ਸਰਕਾਰ ਕੀ ਕਰੇਗੀ?
ਵੈਲ ਦੇਖੋ ਮੈਂ ਆਪਣੀ ਸਾਰੀ ਲਾਈਫ ਜਿਮ ਚ ਸਪੈਂਡ ਕੀਤੀ ਆ ਹਾਕੀ ਖੇਡਦਾ ਰਿਹਾ ਬੜੇ ਸਾਲ ਲਈ ਤੇ ਮੈਨੂੰ ਪਤਾ ਵੀ ਫਿਜ਼ੀਕਲ ਫਿਟਨੈਸ ਤੇ ਮੈਂਟਲ ਹੈਲਥ ਵੀ ਬਹੁਤ ਇੰਪੋਰਟੈਂਟ ਆ ਬਟ ਡਾਕਟਰ ਹੈਨਰੀ ਜਿਹੜੇ ਪ੍ਰੋਵਿੰਸ਼ੀਅਲ ਹੈਲਥ ਆਫਿਸ ਆ ਜਦੋਂ ਇਹ ਡਿਸੀਜਨ ਮੇਕ ਕਰਦੇ ਇਹ ਲਾਈਟਲੀ ਨਹੀਂ ਮੇਕ ਕਰਦੇ ਇਹ ਬਹੁਤ ਹਾਰਡ ਡਿਸੀਜਨ ਹੁੰਦੀ ਆ ਪਰ ਇਹ ਸੋਚਦਾ ਸਾਡਾ ਹੈਲਥ ਕੇਅਰ ਸਿਸਟਮ ਪ੍ਰੋਟੈਕਟ ਕਰ ਸਕਦੇ ਆ ਆਪਣੀ ਪੋਪੂਲੇਸ਼ਨ ਨੂੰ ਪ੍ਰੋਟੈਕਟ ਕਰ ਸਕਦੇ ਆ ਤਾਂ ਹੀ ਤੇ ਇਹ ਡਿਸੀਜਨ ਉਹਨਾਂ ਨੇ ਮੇਕ ਕੀਤੀ ਆ ਜਿਹੜੇ ਫਾਈਨੈਂਸ਼ੀਅਲ ਸਪੋਰਟ ਅਸੀਂ ਪ੍ਰੋਵਾਈਡ ਕਰ ਰਹੇ ਆ ਜੇ ਤੁਸੀਂ ਫੈਡਰਲ ਗਵਰਨਮੈਂਟ ਦੇ ਪ੍ਰੋਗਰਾਮ ਦੇ ਨਾਲ together ਤੁਸੀਂ ਦੇਖੋ ਕਾਫੀ ਸਪੋਰਟ ਆ up to 75% rent ਦਾ ਸਪੋਰਟ up to 75% ਜਿੰਨੇ wages employer ਦੇ ਆ ਤੇ ਜਿਹੜਾ ਸਾਡਾ ਸਪੋਰਟ ਆ employers ਨੂੰ ਅਸੀਂ flexibility ਦੇ ਰਹੇ ਆ ਵੀ ਉਹ ਕੋਈ ਵੀ ਚੀਜ਼ ਯੂਜ਼ ਕਰ ਸਕਦੇ ਆ so that ਉਹਨਾਂ ਨੂੰ ਪਤਾ ਉਹਨਾਂ ਦੀ ਬਿਜ਼ਨਸ ਤੇ ਕੀ ਲੋੜ ਆ of course ਸਾਰੇ ਬਿਜ਼ਨਸ ਸਾਨੂੰ ਕਹਿੰਦੇ ਆ ਵੀ ultimately ਅਸੀਂ ਓਪਨ ਅਪ ਹੋਣਾ ਚਾਹੁੰਦੇ ਆ ਤੇ ਆਪਰੇਟ ਕਰਨਾ ਚਾਹੁੰਦੇ ਆ ਤੇ ਸਾਡਾ ਹੋਪ ਆ soon ਉਹ ਸੇਫਲੀ ਕਰ ਸਕਦੇ ਆ ਜੀ ਰਵੀ ਜੀ 1000 ਤੋਂ 10000 ਤੱਕ ਜਿਹੜਾ ਲੋਕ ਹੈ ਉਹ ਰਾਸ਼ੀ ਲਈ ਆਪਣਾ ਜਿਹੜਾ ਕਰ ਸਕਦੇ ਨੇ ਜਿਵੇਂ ਵੀ ਐਪਲੀਕੇਸ਼ਨ ਉਹਨਾਂ ਨੇ ਭਰਨੀ ਹੈ ਕਲੇਮ ਕਰ ਸਕਦੇ ਨੇ ਸਫੀਸ਼ੀਐਂਟ ਲੱਗਦਾ ਤੁਹਾਨੂੰ ਕਿ ਸਾਰੇ ਬਿਜ਼ਨਸ ਅਦਾਰਿਆਂ ਲਈ ਇਹ ਜਿਹੜੀ ਰਾਸ਼ੀ ਹੈ ਉਹ ਸਫੀਸ਼ੀਐਂਟ ਹੋਏਗੀ Well, of course, ਤੁਸੀਂ ਜੇ ਦੇਖੋ federal program 75% rental support, 75% wage support, so 75% cover ਹੋ ਗਿਆ ਤੇ ਜਿਹੜੇ ਸਾਡੇ grants ਆ up to 10,000 ਜੇ ਕੋਈ employee ਨਹੀਂ ਹੈਗੇ it's 1,000 ਜੇ ਤੁਹਾਡੇ ਕੋਲ 5 employees ਆ it's 5,000 ਤੇ ਜੇ ਜ਼ਿਆਦਾ employees ਆ higher employees up to 10,000 ਤੇ ਇਹ depend ਕਰਦਾ on the business of course ਸਾਨੂੰ ਪਤਾ ਵੀ ਇਹ ਸਾਰੇ cover cost ਨਹੀਂ ਹੋਣੇ ਪਰ ਹਾਲੇ ਵੀ ਅਸੀਂ ਟਰਾਈ ਕਰ ਰਹੇ ਹਾਂ ਵੀ ਜਿੰਨੇ ਸਪੋਰਟ ਅਸੀਂ ਕਰ ਸਕਦੇ ਹਾਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ BC ਸਭ ਤੋਂ ਹਾਈਐਸਟ ਸਪੋਰਟਸ ਸਾਰੀ ਕੰਟਰੀ ਵਿੱਚ ਅਸੀਂ ਪ੍ਰੋਵਾਈਡ ਕਰ ਰਹੇ ਸੀ ਤੇ ਸਾਡਾ ਗੋਲ ਆ ਵੀ as soon as possible ਬਿਜ਼ਨੈਸਸ ਨੂੰ ਓਪਨ ਕਰਨ ਲਈ so that ਆਪਣੇ ਬਿਜ਼ਨੈਸਸ ਆਪਰੇਟ ਕਰ ਸਕਦੇ ਤੇ ਲੋਕੀ ਆਪਣੇ ਬਿਜ਼ਨੈਸ ਨੂੰ ਵਿਜ਼ਿਟ ਕਰ ਸਕਣ ਜੀ ਰਵੀ ਜੀ ਅਰਜ਼ੀ ਦੇਣ ਦੀ ਜਿਹੜੀ ਪ੍ਰਕਿਰਿਆ ਉਹ ਸਾਰੀ ਕਿਵੇਂ ਚੱਲੇਗੀ ਤਾਂ ਕਿ ਸੌਖੇ ਤਰੀਕੇ ਨਾਲ ਲੋਕ ਉਸ ਅਰਜ਼ੀ ਤੱਕ ਪਹੁੰਚ ਸਕਣ ਐਲੀਜੀਬਲ ਲੋਕ ਜਿਹੜੇ ਨੇ ਉਹ ਰਾਸ਼ੀ ਵਾਸਤੇ ਯੋਗ ਹੋ ਸਕਣ Well, ਸਾਡਾ ਮੇਨ ਗੋਲ ਆ ਵੀ ਸਾਰਾ ਸਿਸਟਮ ਹੀ ਅਸੀਂ ਸੇਫ ਰੱਖ ਸਕੀਏ that as soon as possible businesses operate ਕਰ ਸਕਣ ਆਪਣਾ ਹੈਲਥ ਕੇਅਰ ਸਿਸਟਮ ਸਾਡਾ continually operate ਕਰੇ so that people safely visit ਕਰ ਸਕੇ right now ਸਿਸਟਮ ਇੰਨਾ ਪ੍ਰੈਸ਼ਰ ਤੇ ਆ ਤੇ ਈਵਨ ਲੋਕੀ ਜਦੋਂ ਹਸਪੀਟਲ ਜਾਂਦੇ ਆ ਉਹਨਾਂ ਨੂੰ ਕੋਈ ਸਰਵਿਸਿਜ਼ ਨਹੀਂ ਮਿਲਦੇ ਸੋ ਇਹ ਸਾਰਾ ਸਾਨੂੰ ਕਲੈਕਟਿਵਲੀ ਦੇਖ ਕੇ ਡਿਸੀਜਨਸ ਮੇਕ ਕਰਨੀਆਂ ਪੈਂਦੀਆਂ ਬਹੁਤ ਡਿਫਿਕਲਟ ਟਾਈਮ ਆ ਬਟ ਅਸੀਂ ਮੇਕ ਥਰੂ ਕਰਾਂਗੇ ਆਈ ਨੋ ਵੀ 2022 ਈਅਰ ਸਾਡਾ ਬਹੁਤ ਹੀ ਪੋਜ਼ਿਟਿਵ ਹੋਊਗਾ ਜੀ ਥੈਂਕ ਯੂ ਸੋ ਮਚ ਰਵੀ ਕਾਲੋ ਜੀ ਤਮਾਮ ਜਾਣਕਾਰੀ ਜਿਹੜੀ ਹੈ ਸਾਂਝੀ ਕਰਨ ਲਈ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ 2022 ਦੇ ਵਿੱਚ ਪੈਰ ਰੱਖਿਆ ਤਿਉਹਾਰਾਂ ਦੇ ਨਾਲ ਤਾਂ ਪਾਬੰਦੀਆਂ ਵੀ ਨਾਲ ਦੀ ਨਾਲ ਆ ਗਈਆਂ ਪਾਬੰਦੀਆਂ ਦੇ ਵਿੱਚ ਲੋਹੜੀ ਦੇ ਕਿਵੇਂ ਦੇ ਰੂਪ ਦਿਖਾਈ ਦੇ ਰਹੇ ਨੇ ਪਹਿਲਾਂ ਤੇ ਹੁਣ ਦੀ ਲੋਹੜੀ ਦੇ ਵਿੱਚ ਕਿਸ ਤਰ੍ਹਾਂ ਦੇ ਰੰਗ ਜਿਹੜੇ ਨੇ ਉਹ ਬਦਲ ਚੁੱਕੇ ਨੇ ਆਓ ਸੁਣਦੇ ਹਾਂ ਬਲਜਿੰਦਰ ਗਿੱਲ ਜੀ ਤੋਂ ਬਲਜਿੰਦਰ ਕੌਰ ਜੀ ਸਭ ਤੋਂ ਪਹਿਲਾਂ ਤਾਂ ਲੋਹੜੀ ਦੀਆਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੇ ਸਾਨੂੰ ਇਹ ਦੱਸੋ ਸਾਡੇ ਦਰਸ਼ਕਾਂ ਨੂੰ ਕਿ 2022 ਦੀ ਲੋਹੜੀ ਪਿਛਲੀਆਂ ਲੋਹੜੀਆਂ ਨਾਲੋਂ ਕਿੰਨੀ ਕੁ ਅਲੱਗ ਹੈ ਥੈਂਕ ਯੂ ਸ਼ੈਰੀ ਜੀ ਥੈਂਕ ਯੂ ਚੈਨਲ ਪੰਜਾਬੀ ਸਾਰੇ ਸੁਣਨ ਵਾਲੇ ਦਰਸ਼ਕਾਂ ਨੂੰ ਮੇਰੇ ਵੱਲੋਂ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਪਰਮਾਤਮਾ ਤੁਹਾਡੇ ਵਿਹੜਿਆਂ 'ਚ ਸੁੱਖ ਸ਼ਾਂਤੀ ਹਰ ਤਰ੍ਹਾਂ ਦੀ ਖੁਸ਼ੀ ਲੈ ਕੇ ਆਵੇ ਸ਼ੈਰੀ ਜੇ ਤੁਸੀਂ ਪਿਛਲੇ ਸਾਲਾਂ ਦੀ ਲੋਹੜੀ ਦੀ ਗੱਲ ਕਰਦੇ ਹੋ ਤੇ ਆਪਾਂ ਸਾਰੇ ਇਸ ਗੱਲ ਨਾਲ ਹਾਮੀ ਭਰ ਸਕਦੇ ਹਾਂ ਕਿ ਪਿਛਲੇ 2 ਸਾਲਾਂ ਤੋਂ ਪੈਂਡੈਮਿਕ ਕਰਕੇ ਆਪਾਂ ਕਿਸੇ ਨੇ ਵੀ ਲੋਹੜੀ ਦੇ ਜਿਹੜੇ ਵੱਡੇ ਤਿਉਹਾਰ ਮੇਲੇ ਲੱਗਦੇ ਸੀ ਉਹ ਨਹੀਂ ਲੱਗੇ ਜੀ ਉਸ ਤੋਂ ਪਹਿਲਾਂ ਲੋਹੜੀ ਦੇ ਦਿਨਾਂ 'ਚ ਕਾਫੀ ਰੌਣਕਾਂ ਹੁੰਦੀਆਂ ਸੀ ਲੋਹੜੀ ਹਾਲਾਂ ਦੇ ਵਿੱਚ ਵੀ ਮਨਾਈ ਜਾਂਦੀ ਸੀ ਜਿਹੜੇ ਪਰਿਵਾਰ ਜਿਨ੍ਹਾਂ ਦੇ ਘਰਾਂ ਦੇ ਵਿੱਚ ਕਿਸੇ ਬੱਚੇ ਦੀ ਆਮਦ ਹੁੰਦੀ ਸੀ ਜਾਂ ਪਹਿਲੇ ਵਿਆਹ ਦੀ ਵੀ ਲੋਹੜੀ ਮਨਾਈ ਜਾਂਦੀ ਹੈ ਵਿਆਹ ਦੇ ਪਹਿਲੇ ਸਾਲ ਦੀ ਲੋਹੜੀ ਮਨਾਈ ਜਾਂਦੀ ਹੈ ਤੇ ਉਹ ਲੋਕ ਦੇ ਹਾਲਾਂ ਦੇ ਵਿੱਚ ਪਾਰਟੀਆਂ ਵੀ ਕਰਦੇ ਸੀ ਜਿਹੜੀਆਂ ਕਿ ਪਿਛਲੇ 2 ਸਾਲਾਂ ਤੋਂ ਨਹੀਂ ਸੰਭਵ ਹੋ ਸਕੀਆਂ ਜੀ ਸੋ 2022 ਦੀ ਲੋਹੜੀ ਵੀ ਜਿਹੜੀ ਹੈ ਉਹ ਇਸੇ ਤਰ੍ਹਾਂ ਦੀ ਲੋਹੜੀ ਹੈ ਪਰ ਮੈਂ ਇਹ ਕਹਿੰਨੀ ਆ ਕਿ ਲੋਹੜੀ ਤਾਂ ਪੋਜ਼ਿਟਿਵਿਟੀ ਦਾ ਪ੍ਰਤੀਕ ਹੈ ਚੰਗੀਆਂ ਚੀਜ਼ਾਂ ਦਾ ਪ੍ਰਤੀਕ ਹੈ ਲੋਹੜੀ ਦੀ ਆਮਦ ਖੁਸ਼ੀ ਦੀ ਆਮਦ ਹੈ ਤੁਹਾਡੇ ਘਰ ਦੇ ਵਿੱਚ ਕੋਈ ਵੀ ਬੱਚਾ ਪੈਦਾ ਹੁੰਦਾ ਉਹਦੇ ਲਈ ਲੋਹੜੀ ਮਨਾਈ ਜਾਂਦੀ ਹੈ ਸੋ ਇਸ ਵਾਰ ਵੀ ਹਾਲਾਂ ਦੇ ਵਿੱਚ ਪਾਰਟੀਆਂ ਤੇ ਨਹੀਂ ਹੁੰਦੀਆਂ ਪਰ ਆਪਾਂ ਆਪਣੇ ਘਰਾਂ ਦੇ ਵਿੱਚ ਸਗਨ ਮਨਾ ਸਕਦੇ ਹਾਂ ਘਰਾਂ ਦੇ ਵਿੱਚ ਆਪਾਂ ਉਸ ਖੁਸ਼ੀ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਵਿੱਚ ਵੰਡ ਸਕਦੇ ਹਾਂ ਬਿਲਕੁਲ ਤੇ ਮੈਨੂੰ ਲੱਗਦਾ ਕਿ ਜਿਨ੍ਹਾਂ ਦੇ ਵੀ ਘਰਾਂ 'ਚ ਲੋਹੜੀ ਹੈ
ਉਹ ਅੱਜ ਜ਼ਰੂਰ ਉਸ ਖੁਸ਼ੀ ਨੂੰ ਪਲਪਣਗੇ, ਆਪਣੇ ਪਰਿਵਾਰਾਂ ਦੇ ਵਿੱਚ ਜ਼ਰੂਰ ਉਸ ਨੂੰ ਵੰਡਣਗੇ, ਕਿਉਂਕਿ ਲੋਹੜੀ ਖੁਸ਼ੀ ਦੀ ਆਮਦ, ਇੱਕ ਸੁਨਹਿਰੇ ਸਾਲ ਦੀ ਆਮਦ ਤੇ ਇੱਕ ਚਾਨਣ ਦਾ ਬਿਖੇਰਾ ਲੈ ਕੇ ਆਉਂਦੀ ਹੈ, ਜਿਹੜਾ ਕਿ ਸਾਰਾ ਸਾਲ ਪਰਿਵਾਰ ਦੁਆ ਕਰਦੇ ਨੇ ਕਿ ਉਹਨਾਂ ਦੇ ਘਰਾਂ ਤੇ ਵਿਹੜਿਆਂ 'ਚ ਬਣਿਆ ਰਵੇ। ਜੀ ਬਿਲਕੁਲ। ਬਲਜਿੰਦਰ ਜੀ, ਬਾਕੀ ਹੁਣ ਪਹਿਲਾਂ ਦੀ ਲੋਹੜੀ ਦੀ ਗੱਲ ਕਰੀਏ ਤੇ ਇਸ ਸਾਲ ਦੀ ਲੋਹੜੀ ਦੀ ਗੱਲ ਕਰੀਏ, ਲੋਹੜੀ ਦੇ ਵਿੱਚ ਬਹੁਤ ਸਾਰੇ ਰੰਗ ਜਿਹੜੇ ਨੇ ਉਹ ਤਬਦੀਲ ਹੋਏ ਨੇ, ਬੜੇ ਵੱਖਰੇ ਵੱਖਰੇ ਰੰਗ ਜੁੜੇ ਨੇ, ਜਿਨ੍ਹਾਂ ਦੇ ਵਿੱਚ ਸਭ ਤੋਂ ਵੱਡਾ ਤੇ ਪੋਜ਼ੀਟਿਵ ਰੰਗ ਇਹ ਹੈ ਕਿ ਪਹਿਲਾਂ ਸਿਰਫ ਮੁੰਡਿਆਂ ਦੀ ਲੋਹੜੀ ਮਨਾਈ ਜਾਂਦੀ ਸੀ, ਹੁਣ ਤੱਕ ਪਿਛਲੇ ਕੁਝ ਸਾਲਾਂ ਤੋਂ ਧੀਆਂ ਦੀ ਲੋਹੜੀ ਵੀ ਜਿਹੜੀ ਹੈ ਉਹ ਪੂਰੇ ਜਿਹੜਾ ਕਹਿ ਸਕਦੇ ਹਾਂ ਜੋਸ਼ ਦੇ ਨਾਲ ਔਰ ਬੜੀ ਰੌਣਕ ਦੇ ਨਾਲ ਮਨਾਈ ਜਾਂਦੀ ਹੈ। ਬਹੁਤ ਹੀ ਪੋਜ਼ੀਟਿਵ ਚੀਜ਼ ਹੈ ਜਿਹੜੀ ਕਿ ਅਸੀਂ ਵਰਲਡ ਵਾਈਡ ਦੇਖ ਸਕਦੇ ਹਾਂ। ਇੰਡੀਆ ਤੋਂ ਵੀ ਸ਼ੁਰੂਆਤ ਹੋਈ, ਕੈਨੇਡਾ ਦੇ ਵਿੱਚ ਅਸੀਂ ਤੇ ਸਰੀ ਦੇ ਵਿੱਚ ਬੈਠੇ ਹੋਏ ਹਾਂ, ਇੱਥੇ ਵੀ ਅਸੀਂ ਦੇਖਦੇ ਹਾਂ ਕਿ ਲੋਕ ਆਪਣੀਆਂ ਧੀਆਂ ਦੀ ਲੋਹੜੀ ਜਿਹੜੀ ਹੈ ਉਨੇ ਹੀ ਚਾਅ ਦੇ ਨਾਲ ਮਨਾਉਂਦੇ ਨੇ ਜਿੰਨੇ ਮੁੰਡੇ ਦੀ ਲੋਹੜੀ ਹੁੰਦੀ ਹੈ। ਸ਼ਹਿਰੀ ਇਹ ਬਹੁਤ ਵਧੀਆ ਸੋਸ਼ਲ ਚੇਂਜ ਹੈ, ਜਿਹੜੀ ਕਿ ਬਹੁਤ ਸਮਾਂ ਪਹਿਲਾਂ ਆਉਣੀ ਚਾਹੀਦੀ ਸੀ, ਤੇ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਇਹ ਸੋਸ਼ਲ ਚੇਂਜ ਨਹੀਂ ਸੀ। ਜਿਨ੍ਹਾਂ ਨੇ ਮਨਾਈਆਂ ਪਹਿਲਾਂ ਤੋਂ ਬਹੁਤ ਮਨਾਈਆਂ। ਜਦੋਂ ਜੇ ਮੈਂ ਆਪਣੇ ਬਾਰੇ ਕਹਾਂ ਤਾਂ ਜਦੋਂ ਮੈਂ ਹੋਈ ਸੀ, ਮੇਰੇ ਪੇਰੈਂਟਸ ਨੇ ਲੱਡੂ ਬਰਫੀ ਵੰਡੀ ਸੀ। ਸੋ ਏਦਾਂ ਦੇ ਬਹੁਤ ਸਾਰੇ ਮਾਂ-ਬਾਪ ਹੋਣਗੇ ਜਿਨ੍ਹਾਂ ਨੇ ਆਪਦੀਆਂ ਧੀਆਂ ਦੀਆਂ ਖੁਸ਼ੀਆਂ ਬਹੁਤ ਗੱਜ ਵੱਜ ਕੇ ਮਨਾਈਆਂ। ਪਰ ਇਸ ਜਦੋਂ ਆਪਾਂ ਸਾਰੇ ਪਰਸਪੈਕਟਿਵ ਨੂੰ ਦੇਖਦੇ ਹਾਂ ਤਾਂ ਇਸ ਸੋਸ਼ਲ ਚੇਂਜ ਨੂੰ ਦੇਖ ਕੇ ਬਹੁਤ ਚੰਗਾ ਲੱਗਦਾ ਹੈ, ਕਿਉਂਕਿ ਲੋਹੜੀ ਜਿਹੜੀ ਹੈ ਬੱਚੇ ਦੀ ਆਮਦ ਹੈ। ਕੋਈ ਵੀ ਬੱਚਾ ਤੁਹਾਡੇ ਘਰ ਵਿੱਚ ਜਨਮ ਲੈਂਦਾ, ਉਹ ਧੀ ਹੋਵੇ ਜਾਂ ਪੁੱਤ, ਅਗਰ ਉਹ ਠੀਕ ਹੈ, ਤੰਦਰੁਸਤ ਹੈ, ਤਾਂ ਉਸ ਤੋਂ ਵੱਡੀ ਲੋਹੜੀ ਕੋਈ ਨਹੀਂ। ਐਂਡ ਮੈਨੂੰ ਲੱਗਦਾ ਹੁੰਦਾ ਕਿ ਲੋਹੜੀ ਬੱਚੇ ਦੇ ਜਨਮ ਦੀ ਖੁਸ਼ੀ ਤਾਂ ਹੈ ਹੀ, ਪਰ ਇੱਕ ਆਸ, ਉਮੀਦ ਤੇ ਉਮੰਗ ਵੀ ਹੁੰਦੀ ਹੈ ਕਿ ਉਹ ਬੱਚਾ ਜਿਸਨੇ ਘਰ ਦੇ ਵਿੱਚ ਜਨਮ ਲਿਆ ਉਹ ਆਗਿਆਕਾਰੀ ਬੱਚਾ ਹੋਵੇ, ਉਸ ਦੀ ਝੋਲੀ ਹਰ ਖੁਸ਼ੀ ਹੋਵੇ, ਮਿਹਨਤੀ ਬੱਚਾ ਹੋਵੇ ਤੇ ਵੱਡਾ ਹੋ ਕੇ ਆਪਣੇ ਮਾਂ-ਬਾਪ ਦਾ ਨਾਮ ਰੌਸ਼ਨ ਕਰੇ। ਮਾਂ-ਬਾਪ ਨੂੰ ਵੀ ਬੱਚਿਆਂ ਤੋਂ ਬਹੁਤ ਆਸਾਂ ਹੁੰਦੀਆਂ ਨੇ। ਸੋ ਤਾਂ ਹੀ ਮੈਂ ਕਿਹਾ ਕਿ ਲੋਹੜੀ ਇੱਕ ਆਮਦ ਹੈ, ਇੱਕ ਆਸ ਹੈ, ਇੱਕ ਉਮੰਗ ਹੈ, ਇੱਕ ਚਾਨਣ ਹੈ, ਜੇ ਆਪਾਂ ਇਸ ਨੂੰ ਉਸ ਤਰੀਕੇ ਦੇ ਨਾਲ ਸੋਚੀਏ। ਜੀ ਅੱਛਾ ਬਲਜਿੰਦਰ ਜੀ, ਇੱਕ ਚੀਜ਼ ਹੋਰ ਹੈ, ਇੱਥੇ ਅਸੀਂ ਦੇਖਿਆ ਵੀ ਹੈਲੋਵੀਨ ਨੂੰ ਵੀ ਜਿਹੜਾ ਲੋਕੀ ਲੋਹੜੀ ਦਾ ਨਾਮ ਕਾਈਂਡ ਆਫ ਲੋਹੜੀ ਦੀ ਤਰ੍ਹਾਂ ਹੀ ਜਿਹੜੀ ਹੈ ਉਹ ਮਨਾਈ ਜਾਂਦੀ ਹੈ। ਬੱਚੇ ਘਰਾਂ ਦੇ ਵਿੱਚ ਕੈਂਡੀਜ਼ ਐਂਡ ਆਲ ਹੈ ਨਾ ਉਹ ਸਭ ਇਕੱਠਾ ਕਰਦੇ ਨੇ। ਹੁਣ ਤਾਂ ਆ ਗਈ ਲੋਹੜੀ। ਹੁਣ ਜਦੋਂ ਲੋਹੜੀ ਦਾ ਤਿਉਹਾਰ ਜਿਹੜਾ ਇਹ ਲੋਹੜੀ ਮੰਗਣ ਦੀ ਰਵਾਇਤ ਜਿਹੜੀ ਹੈ ਇਹ ਸ਼ੁਰੂ ਤਾਂ ਲੋਹੜੀ ਦੇ ਤਿਉਹਾਰ ਤੋਂ ਹੀ ਜਿਹੜੀ ਹੋਈ ਹੈ। ਹੁਣ ਇਹ ਵੀ ਇੰਡੀਆ ਦੇ ਵਿੱਚ ਤਾਂ ਇਹ ਕਲਚਰ ਅੱਜ ਵੀ ਦੇਖਿਆ ਜਾਂਦਾ ਵੀ ਬੱਚੇ ਲੋਹੜੀ ਮੰਗਦੇ ਨੇ, ਹਾਲਾਂਕਿ ਘੱਟ ਚੁੱਕਿਆ, ਬਹੁਤ ਘੱਟ ਚੁੱਕਿਆ ਇਹ ਚੀਜ਼, ਪਰ ਅਸੀਂ ਪਿੰਡਾਂ ਦੇ ਵਿੱਚ ਜਾਂ ਹੋਰ ਥਾਵਾਂ 'ਤੇ ਦੇਖਦੇ ਹਾਂ ਵੀ ਬੱਚੇ ਅੱਜ ਵੀ ਉਹ ਲੋਹੜੀ ਗਾਉਂਦੇ ਨੇ ਕਿ ਜਿਹੜਾ ਸੁੰਦਰ ਮੁੰਦਰੀਏ ਹੈ ਨਾ ਉਹ ਸਾਰਾ ਗਾਇਆ ਜਾਂਦਾ। ਜਦੋਂ ਅਸੀਂ ਕੈਨੇਡਾ ਦੇ ਵਿੱਚ ਦੇਖਦੇ, ਇੱਥੇ ਬੱਚੇ ਲੋਹੜੀ ਮੰਗਦੇ ਨਹੀਂ ਦਿਖਾਈ ਦਿੰਦੇ, ਹੈਲੋਵੀਨ ਮੌਕੇ ਕੈਂਡੀਜ਼ ਮੰਗਣ ਪਹੁੰਚ ਜਾਂਦੇ ਨੇ। ਸੋ ਇਹ ਚੀਜ਼ ਅਧੂਰੀ ਜਿਹੀ ਵੀ ਹੈਗੀ ਹੈ ਥੋੜ੍ਹੀ ਜਿਹੀ। ਸੋ ਤੁਸੀਂ ਤਾਂ ਬਹੁਤ ਲੰਬੇ ਸਮੇਂ ਤੋਂ ਇੱਥੋਂ ਦਾ ਕਲਚਰ ਦੇਖਦੇ ਆਏ ਹੋ, ਪਹਿਲਾਂ ਇੱਦਾਂ ਹੁੰਦਾ ਸੀ? ਤੇ ਜੇ ਹੁੰਦਾ ਸੀ ਤਾਂ ਇਹ ਦੱਸੋ ਵੀ ਇੱਥੋਂ ਦੇ ਬੱਚੇ ਜਿਹੜੇ ਜੇ ਲੋਹੜੀ ਗਾਉਂਦੇ ਵੀ ਸੀ ਤਾਂ ਉਹ ਕਿਵੇਂ ਗਾਉਂਦੇ ਸੀ, ਕਿਵੇਂ ਲੋਹੜੀ ਮੰਗਦੇ ਸੀਗੇ? ਸ਼ਾਇਦ ਦੇਖੋ, ਜਿਹੜੀ ਲੋਹੜੀ ਮੰਗਣ ਦੀ ਗੱਲ ਆ, ਫਿਰ ਆਪਾਂ ਕਹਿ ਦਿੰਦੇ ਆ ਕਿ ਆਪਾਂ ਇੱਕ ਬੇਗਾਨੇ ਦੇਸ਼ ਵਿੱਚ ਬੈਠੇ ਆ। ਬਿਲਕੁਲ। ਜੇ ਇੱਥੇ ਆਪਾਂ ਲੋਹੜੀ ਦੀ ਧੂਣੀ ਬਾਲ ਕੇ ਸਗਨ ਕਰਦੇ ਆ ਨਾ, ਉਹੀ ਬਹੁਤ ਵੱਡੀ ਚੀਜ਼ ਹੈ। ਬੱਚੇ ਲੋਹੜੀ ਮੰਗਣ ਜਾਣਗੇ ਵੀ ਤਾਂ ਆਪਣੇ ਘਰਾਂ 'ਚ ਹੀ ਜਾ ਸਕਦੇ ਨੇ, ਆਪਣੇ ਪੰਜਾਬੀਆਂ ਦੇ ਘਰਾਂ ਵਿੱਚ, ਕਿਉਂਕਿ ਅਜੇ ਜਿਹੜੀ ਕਾਮਨ ਪਾਪੂਲੇਸ਼ਨ ਆ, ਵੱਡੀ ਪਾਪੂਲੇਸ਼ਨ ਹੈ, ਉਹਨੂੰ ਆਪਣੀ ਲੋਹੜੀ ਦੇ ਬਾਰੇ 'ਚ ਬਹੁਤੀ ਜਾਣਕਾਰੀ ਨਹੀਂ ਹੈਗੀ। ਸੋ ਇਸ ਕਰਕੇ ਇੱਥੋਂ ਵੀ ਲਿਮਿਟਡ ਜਿਹੜੀ ਹੈਲੋਵੀਨ ਹੈ, ਹੈਲੋਵੀਨ ਇਸ ਕੰਟੈਕਸਟ ਤੋਂ ਡਿਫਰੈਂਟ ਹੋ ਜਾਂਦੀ ਹੈ। ਬਿਲਕੁਲ। ਸੋ ਜੇ ਬੱਚੇ ਪੰਜਾਬੀਆਂ ਦੇ ਘਰਾਂ ਦੇ ਵਿੱਚ ਵੀ ਜਾਂਦੇ ਨੇ ਬਲਜਿੰਦਰ ਜੀ, ਤਾਂ ਮੈਂ ਉਹ ਵੀ ਜਾਣਨਾ ਚਾਹਾਂਗੀ ਵੀ ਕਿ ਏਦਾਂ ਹੁੰਦਾ ਵੀ ਪੰਜਾਬੀਆਂ ਦੇ ਘਰਾਂ 'ਚ ਜਾ ਕੇ ਐਟਲੀਸਟ ਮੰਗ ਰਹੇ ਨੇ, ਕਿਉਂਕਿ ਮੈਂ ਇਹ ਚੀਜ਼ ਇੱਥੇ ਦੇਖੀ ਨਹੀਂ ਹੈ। ਨਹੀਂ, ਬਿਲਕੁਲ ਨਹੀਂ ਮੰਗਦੇ। ਜਿਨ੍ਹਾਂ ਦੇ ਘਰਾਂ ਵਿੱਚ ਸਗਨ ਹੁੰਦਾ, ਜਿਹੜੇ ਲੋਹੜੀ ਮਨਾ ਰਹੇ ਨੇ, ਹਾਂ ਉੱਥੇ ਬੱਚੇ ਜ਼ਰੂਰ ਦੇਖਦੇ ਨੇ ਕਿ ਉੱਥੇ ਲੋਹੜੀ ਦੀ ਧੂਣੀ ਬਲਦੀ ਹੈ, ਧੂਣੀ ਦੇ ਆਲੇ ਦੁਆਲੇ ਗਿੱਧਾ ਪੈਂਦਾ, ਗੀਤ ਵੀ ਗਾਏ ਜਾਂਦੇ ਨੇ, ਸਭ ਤਰ੍ਹਾਂ ਦੀਆਂ ਰੌਣਕਾਂ ਲੱਗਦੀਆਂ ਨੇ। ਜਿਵੇਂ ਮੈਂ ਪਹਿਲਾਂ ਦੱਸਿਆ ਕਿ ਹਾਲਾਂ ਦੇ ਵਿੱਚ ਵੀ ਲੋਹੜੀ ਬੜੇ ਵੱਡੇ ਪੱਧਰ ਤੇ ਮਨਾਈ ਜਾਂਦੀ ਸੀਗੀ, ਆਰਗੇਨਾਈਜੇਸ਼ਨਸ ਵੱਲੋਂ ਵੀ ਮਨਾਈ ਜਾਂਦੀ ਸੀਗੀ। ਉਹਦੇ ਨਾਲ ਅਵੇਅਰਨੈਸ ਕ੍ਰੀਏਟ ਹੁੰਦੀ ਹੈ, ਬੱਚਿਆਂ ਨੂੰ ਪਤਾ ਲੱਗਦਾ ਸੀ ਵੀ ਲੋਹੜੀ ਕਾਹਦੇ ਲਈ ਮਨਾਈ ਜਾਂਦੀ ਹੈ। ਬਿਲਕੁਲ ਬਿਲਕੁਲ। ਸੋ ਉਹਦੇ ਨਾਲ ਤੁਹਾਨੂੰ ਮੈਂ ਇੱਕ ਵਾਰ ਪਹਿਲਾਂ ਵੀ ਆਪਾਂ ਲੋਹੜੀ ਤੇ ਗੱਲਬਾਤ ਕੀਤੀ ਸੀ, ਮੈਂ ਤੁਹਾਨੂੰ ਇਹ ਵੀ ਕਿਹਾ ਸੀ ਵੀ ਇਹਦੇ ਤੋਂ ਬੜੀ ਵੱਡੀ ਗੱਲ ਇੱਕ ਵਾਰ ਨਿਕਲੀ ਸੀ ਜੈਂਡਰ ਗੈਪ ਦੀ। ਥੋੜਾ ਜਿਹਾ ਇਹ ਇੰਨੇ ਸਮੇਂ ਤੋਂ ਲੋਹੜੀ ਬਣਾਉਂਦੇ ਥੋੜਾ ਜਿਹਾ ਸਾਡੀ ਸੋਸਾਇਟਲ ਚੇਂਜ ਵੀ ਇਹਦੇ ਵਿੱਚੋਂ ਆਈ ਹੈ। ਇਹਦੇ ਵਿੱਚੋਂ ਇਹ ਪਣਪੀ ਹੈ ਕਿ ਇਕੁਐਲਿਟੀ ਲਿਆਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਧੀਆਂ ਤੇ ਪੁੱਤਾਂ ਦੋਨਾਂ ਦੀ ਲੋਹੜੀ ਮਨਾਈ ਜਾਂਦੀ ਹੈ, ਬੱਚੇ ਦੀ ਆਮਦ ਦੀ ਲੋਹੜੀ ਮਨਾਈ ਜਾਂਦੀ ਹੈ। ਸੋ ਜਿਹੜੇ ਗੀਤ ਗਾਉਣੇ ਜਾਂ ਮੰਗਣੀ ਲੋਹੜੀ ਜਾਂ ਬੱਚਿਆਂ ਨੇ ਇੱਕ ਦੂਜੇ ਦੇ ਘਰ ਦੇ ਵਿੱਚ ਜਾਣਾ, ਉਹ ਤੇ ਇੱਥੇ ਨਹੀਂ ਸੰਭਵ,
ਪਰ ਹਾਂ ਜਿਹੜੇ ਮਨਾਉਂਦੇ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਸਗਨ ਹੈ ਉੱਥੇ ਬੱਚੇ ਦੇਖਦੇ ਜ਼ਰੂਰ ਨੇ ਵੀ ਹਾਂ ਇਸ ਤਰੀਕੇ ਦੇ ਨਾਲ ਲੋਹੜੀ ਮਨਾਈ ਜਾਂਦੀ ਹੈ ਤੇ ਇਹ ਲੋਹੜੀ ਦਾ ਮਤਲਬ ਹੈ। ਜੀ ਬਲਜਿੰਦਰ ਜੀ, ਅਖੀਰ ਦੇ ਵਿੱਚ ਸਾਨੂੰ ਲੋਹੜੀ ਦੇ ਉੱਤੇ ਕੀ ਕੋਈ ਬੋਲੀ ਸੁਣਾਉਣਾ ਚਾਹੋਗੇ ਜਾਂ ਫਿਰ ਲੋਹੜੀ ਸੁਣਾ ਦਿਓ? ਦੇਖੋ, ਲੋਹੜੀ ਦੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜਦੋਂ ਆਪਾਂ ਲੋਹੜੀ ਦੀ ਧੂਣੀ ਬਾਲਦੇ ਆ, ਈਸਰ ਆ ਦਲਿੱਦਰ ਜਾ ਦਲਿੱਦਰ ਦੀ ਜੜ ਚੁੱਲ੍ਹੇ ਪਾ। ਫਿਰ ਆਪਾਂ ਦੁਆ ਕਰਦੇ ਆ ਕਿ ਪਰਮਾਤਮਾ ਸਭ ਦੇ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਸਾਰੇ ਵਿਹੜਿਆਂ ਦੇ ਵਿੱਚ ਲੈ ਕੇ ਆਵੇ ਤੇ ਹਰ ਇੱਕ ਦੇ ਘਰ ਜੋਤ ਜਿਹੜੀ ਖੁਸ਼ੀ ਦੀ ਹੈ ਉਹ ਜਗਦੀ ਰਹੇ ਜੀ। ਫਿਰ ਮੈਂ ਕਹਿਣਾ ਚਾਹੁੰਦੀ ਹਾਂ ਕਿ ਪੁੱਤਾਂ ਦੇ ਨਾਲ ਧੀਆਂ ਦੀ ਲੋਹੜੀ ਜ਼ਰੂਰ ਮਨਾਉਣੀ ਚਾਹੀਦੀ ਹੈ। ਜਿਸ ਘਰ ਵਿੱਚ ਕੁੜੀਆਂ ਦਾ ਹੱਸਣਾ ਹੈ ਨਹੀਂ, ਉਹ ਘਰ ਜਾਂਦੇ ਨੇ ਵਿਸਾਰ ਵੇ ਲੋਕੋ, ਧੀਆਂ ਹੁੰਦੀਆਂ ਨੇ ਘਰਾਂ ਦਾ ਸ਼ਿੰਗਾਰ ਵੇ ਲੋਕੋ ਜੀ। ਤੇ ਇਹ ਵੀ ਨਾਲ ਮੈਂ ਜੇ ਤੁਸੀਂ ਬੋਲੀ ਸੁਣਨੀ ਹੈ ਤੇ ਆਪਾਂ ਬੋਲੀਆਂ ਤਾਂ ਲੋਹੜੀ ਤੇ ਬਹੁਤ ਨੇ, ਮੈਂ ਸ਼ੋਰ ਹਾਂ ਕਿ ਲੋਕੀ ਅੱਜ ਆਪਣੇ ਘਰਾਂ 'ਚ ਗਾਉਣਗੇ ਵਜਾਉਣਗੇ ਬੋਲੀਆਂ ਵੀ ਪਾਉਣਗੇ। ਇੱਕ ਬੋਲੀ ਮੈਂ ਵੀ ਤੁਹਾਡੇ ਨਾਲ ਸਾਂਝੀ ਕਰ ਦਿੰਨੀ ਆ। ਨੀ ਮੈਂ ਗੁੜ ਵੰਡਾ ਗੁੜ ਰਿਓੜੀਆਂ ਵੰਡਾ, ਨੀ ਮੈਂ ਗੁੜ ਵੰਡਾ ਗੁੜ ਰਿਓੜੀਆਂ ਵੰਡਾ, ਵੰਡੀ ਵੰਡੀ ਜਾਵਾਂ ਵੰਡੀ ਵੰਡੀ ਜਾਵਾਂ, ਨੱਚੀ ਨੱਚੀ ਜਾਵਾਂ ਨੱਚੀ ਨੱਚੀ ਜਾਵਾਂ। ਬਿਲਕੁਲ, ਸੋ ਵਾਕਈ ਸਾਰੇ ਜਣੇ ਐ ਹੀ ਖੁਸ਼ੀਆਂ ਵੰਡਦੇ ਰਹਿਣ, ਨੱਚੀ ਜਾਣ, ਗਾਈ ਜਾਣ, ਖੁਸ਼ ਰਹਿਣ ਹਮੇਸ਼ਾ। ਹਰ ਸਾਲ ਦੀ ਲੋਹੜੀ ਬਹੁਤ ਵਧੀਆ ਹੈ। ਬਲਜਿੰਦਰ ਜੀ, ਥੈਂਕ ਯੂ ਸੋ ਮਚ ਜਿਹੜੀ ਹੈ ਇਸ ਸੰਬੰਧੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਥੈਂਕ ਯੂ ਜੀ, ਥੈਂਕ ਯੂ ਚੈਨਲ ਪੰਜਾਬੀ ਦਾ, ਥੈਂਕ ਯੂ ਸ਼ਾਇਰੀ ਜੀ, ਤੇ ਸਾਰਿਆਂ ਨੂੰ ਲੋਹੜੀ ਦੀ ਬਹੁਤ ਬਹੁਤ ਵਧਾਈ ਹੋਵੇ ਜੀ। ਸ਼ੁਕਰੀਆ ਜੀ। ਤੇ ਫਿਲਹਾਲ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਜਲਦ ਹਾਜ਼ਰ ਹੁੰਦੇ ਹਾਂ ਕੁਝ ਖਾਸ ਖਬਰਾਂ ਦੇ ਨਾਲ। ਸਵਾਗਤ ਹੈ ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ। ਮਾਹਰਾਂ ਦਾ ਕਹਿਣਾ ਹੈ ਕਿ ਆਮ ਆਬਾਦੀ ਲਈ ਚੌਥੀ ਖੁਰਾਕ ਦੀ ਤਾਂ ਜੇ ਲੋੜ ਨਹੀਂ ਹੈ। ਛੂਤ ਦੀਆਂ ਬਿਮਾਰੀਆਂ ਦੇ ਮਾਹਰ ਦੇ ਮੁਤਾਬਕ ਇਹ ਖੁਰਾਕ ਜ਼ਰੂਰੀ ਨਹੀਂ ਹੈ। ਹਾਲਾਂਕਿ NACI ਉਹਨਾਂ ਲੋਕਾਂ ਦੇ ਲਈ ਵਧੇਰੇ ਖੁਰਾਕਾਂ ਦੀ ਸਿਫਾਰਿਸ਼ ਕਰਦੀ ਹੈ ਜੋ ਇਮਿਊਨੋ ਕੰਪਰੋਮਾਈਜ਼ਡ ਨੇ। ਉਸ ਵਿਅਕਤੀ ਦੇ ਕੋਲ ਬੂਸਟਰ ਦੇ ਨਾਲ ਸੁਰੱਖਿਆ ਦੀ ਗੱਲ ਕਹਿੰਦੇ ਨੇ ਬਹੁਤ ਜ਼ਿਆਦਾ ਹੈ, ਉਹ ਵਿਅਕਤੀ ਸੁਰੱਖਿਅਤ ਰਹਿ ਸਕਦੇ ਨੇ। ਇੱਕ ਰਿਪੋਰਟ ਤੇ ਨਜ਼ਰ ਮਾਰ ਲੈਂਦੇ ਹਾਂ। ਦੇਸ਼ ਦੇ ਬਹੁਤ ਸਾਰੇ ਅਧਿਕਾਰ ਖੇਤਰਾਂ ਨੇ ਆਪਣੀ ਸਭ ਤੋਂ ਕਮਜ਼ੋਰ ਆਬਾਦੀ ਲਈ ਚੌਥੀ ਡੋਜ਼ ਬੂਸਟਰਾਂ ਨੂੰ ਵਧਾ ਦਿੱਤੀ ਹੈ। ਪਰ ਕੁਝ ਹੈਰਾਨ ਨੇ ਕਿ ਕੀ ਸਾਨੂੰ ਸਾਰਿਆਂ ਨੂੰ ਨੇੜਲੇ ਭਵਿੱਖ ਵਿੱਚ ਹਮੇਸ਼ਾ ਬਦਲ ਰਹੇ ਵਾਇਰਸ ਤੋਂ ਬਚਾਉਣ ਦੇ ਲਈ ਇੱਕ ਹੋਰ ਸ਼ਾਟ ਲੈਣ ਦੀ ਲੋੜ ਹੋ ਸਕਦੀ ਹੈ। ਇਹ ਉਦੋਂ ਆਇਆ ਜਦੋਂ ਕੈਨੇਡਾ ਦੇ COVID-19 ਵੈਕਸੀਨ ਰੋਲ ਆਊਟ ਦੇ ਤੀਜੇ ਸ਼ਾਟ ਦੇ ਰੈਂਪ ਅਪ ਹੋ ਗਏ। ਪ੍ਰਧਾਨ ਮੰਤਰੀ ਨੇ ਵਾਅਦਾ ਕੀਤਾ ਕਿ ਦੇਸ਼ ਦੇ ਕੋਲ ਸਾਰੇ ਯੋਗ ਕੈਨੇਡੀਅਨਾਂ ਲਈ ਫਾਈਜ਼ਰ, ਬਾਇਓਐਨਟੈਕ ਤੇ ਮੋਡਰਨਾ ਦੇ ਨਾਲ 2024 ਤੱਕ ਹਸਤਾਖਰ ਕੀਤੇ ਇਕਰਾਰਨਾਮੇ ਲਈ ਲੋੜੀਂਦੀ ਸਪਲਾਈ ਹੋਵੇਗੀ। ਸੋਮਵਾਰ ਨੂੰ ਜਸਟਿਨ ਟਰੂਡੋ ਨੇ ਕੈਨੇਡੀਅਨਾਂ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਚੌਥੀ ਖੁਰਾਕ ਵੀ ਹਰ ਕਿਸੇ ਲਈ ਜੇਕਰ ਜਦੋਂ ਤੱਕ ਉਹਨਾਂ ਨੂੰ ਲੋੜ ਪਈ ਤਾਂ ਉਪਲਬਧ ਹੋਵੇਗੀ। ਟੋਰਾਂਟੋ ਦੇ ਵਿੱਚ ਇੱਕ ਮਾਈਕਰੋਬਾਇਓਲੋਜਿਸਟ ਤੇ ਛੂਤ ਦੀਆਂ ਬਿਮਾਰੀਆਂ ਦੇ ਸਲਾਹਕਾਰ ਡਾਕਟਰ ਐਲਿਸਨ ਦਾ ਕਹਿਣਾ ਹੈ ਕਿ ਕੈਨੇਡਾ ਉਸ ਬਿੰਦੂ ਤੇ ਨਹੀਂ ਹੈ ਜਿੱਥੇ ਆਮ ਆਬਾਦੀ ਲਈ ਚੌਥੀ ਖੁਰਾਕ ਜ਼ਰੂਰੀ ਹੈ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਹੋਰ ਟੀਕਿਆਂ ਦੇ ਸੰਦਰਭ ਵਿੱਚ ਸਾਨੂੰ ਇਹ ਦੇਖਣਾ ਹੋਵੇਗਾ ਕਿ ਸੁਰੱਖਿਆ ਕਿਵੇਂ ਚੱਲਦੀ ਹੈ ਤੇ ਉਸ ਦੇ ਆਧਾਰ ਤੇ ਫੈਸਲਾ ਕਰਨਾ ਕੀ ਹੈ। ਕੀ ਵਾਧੂ ਖੁਰਾਕਾਂ ਦੇ ਵਿੱਚ ਮੁੱਲ ਹੈ? ਕੈਨੇਡਾ ਦੇ ਨੈਸ਼ਨਲ ਐਡਵਾਈਜ਼ਰੀ ਕਮੇਟੀ ਔਨ ਇਮਿਊਨਾਈਜੇਸ਼ਨ ਨੇ ਪਹਿਲਾਂ ਹੀ ਸਿਫਾਰਿਸ਼ ਕੀਤੀ ਹੈ ਕਿ ਮੱਧਮ ਜਾਂ ਗੰਭੀਰ ਰੂਪ ਨਾਲ ਇਮਿਊਨੋ ਕੰਪਰੋਮਾਈਜ਼ਡ ਲੋਕਾਂ ਨੂੰ ਉਹਨਾਂ ਦੇ ਤੀਜੇ ਸ਼ਾਟ ਤੋਂ ਘੱਟੋ ਘੱਟ 6 ਮਹੀਨਿਆਂ ਬਾਅਦ ਚੌਥੀ ਖੁਰਾਕ ਮਿਲਦੀ ਹੈ। ਬ੍ਰਿਟਿਸ਼ ਕੋਲੰਬੀਆ, ਸਸਕੈਚੁਅਨ ਤੇ ਮੈਨੀਟੋਬਾ ਸਮੇਤ ਕਈ ਅਧਿਕਾਰ ਖੇਤਰ ਪਿਛਲੇ ਮਹੀਨੇ ਜਾਂ ਇਸ ਮਹੀਨੇ ਦੇ ਸ਼ੁਰੂ ਵਿੱਚ ਇਮਿਊਨੋ ਕੰਪਰੋਮਾਈਜ਼ਡ ਲੋਕਾਂ ਨੂੰ ਚੌਥੀ ਖੁਰਾਕਾਂ ਦੀ ਪੇਸ਼ਕਸ਼ ਕਰਨੀ ਸ਼ੁਰੂ ਕਰ ਦਿੰਦੀ ਹੈ, ਜੋ ਕਿ ਓਨਟਾਰੀਓ ਨੇ ਹਾਲ ਹੀ ਦੇ ਵਿੱਚ ਉਸ ਯੋਗਤਾ ਸੂਚੀ ਦੇ ਵਿੱਚ ਲੰਬੇ ਸਮੇਂ ਦੇ ਕੇਅਰ ਹੋਮ ਦੇ ਨਿਵਾਸੀਆਂ ਨੂੰ ਸ਼ਾਮਿਲ ਕੀਤਾ ਹੈ। ਨਿਊ ਫਾਊਂਡਲੈਂਡ ਤੇ ਲੈਬਰਾਡੋਰ ਦੇ ਸਿਹਤ ਤੇ ਮੁੱਖ ਮੈਡੀਕਲ ਅਫਸਰ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਸੂਬੇ ਨੇ ਇਮਿਊਨੋ ਕੰਪਰੋਮਾਈਜ਼ਡ ਲੋਕਾਂ ਨੂੰ ਚੌਥੀ ਖੁਰਾਕ ਦੀ ਪੇਸ਼ਕਸ਼ ਵੀ ਸ਼ੁਰੂ ਕਰ ਦਿੱਤੀ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਜਿਹਦੇ ਅੱਗੇ ਦੇਖਦੇ ਹਾਂ ਐਡਮਿੰਟਨ ਤੋਂ ਸਾਰੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਇਹ ਖਾਸ ਅਪਡੇਟ। ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਐਡਮਿੰਟਨ ਤੋਂ ਦੋ ਖਬਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਜੀ। ਇੱਕ ਖਬਰ ਤਾਂ ਇਹ ਆ ਰਹੀ ਹੈ ਕਿ ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਹੋਰਾਂ ਨੇ ਇਹ ਗੱਲ ਆਖੀ ਹੈ ਕਿ ਜੋ ਕੰਮ ਕੁਬੈਕ ਦੇ ਪ੍ਰੀਮੀਅਰ ਹੋਰੀ ਕਰ ਰਹੇ ਨੇ ਉਹ ਅਲਬਰਟਾ ਵਿੱਚ ਨਹੀਂ ਹੋਵੇਗਾ। ਯਾਨੀ ਕਿ ਜਿਹੜੇ ਅਨਵੈਕਸੀਨੇਟਡ ਲੋਕ ਹੈਗੇ ਆ ਉਹਨਾਂ ਨੂੰ ਜਿਵੇਂ ਕੁਬੈਕ ਦੇ ਵਿੱਚ ਹੁਣ ਇੱਕ ਕਿਸਮ ਦਾ ਜੁਰਮਾਨਾ ਕੀਤਾ ਜਾ ਰਿਹਾ, ਉਹ ਕਹਿੰਦੇ ਕਿ ਅਲਬਰਟਾ ਦੇ ਵਿੱਚ ਇਹ ਨਹੀਂ ਹੋਣਾ। ਉਹਦਾ ਕਾਰਨ ਉਹਨਾਂ ਨੇ ਦੱਸਿਆ ਜੀ, ਉਹ ਕਹਿੰਦੇ ਵੀ ਭਾਵਾਂ ਦੇਖੋ ਜਿਹੜੇ ਅਨਵੈਕਸੀਨੇਟਡ ਲੋਕ ਆ ਉਹ ਹੌਸਪੀਟਲਸ ਦੇ ਵਿੱਚ ਜਿਹੜੇ ਬੈੱਡਸ ਅਤੇ ਇੰਟੈਂਸਿਵ ਕੇਅਰ ਦੇ ਵਿੱਚ ਇਹਨਾਂ ਦੀ ਗਿਣਤੀ ਅਨਪ੍ਰੋਪੋਰਸ਼ਨੇਟਲੀ ਜ਼ਿਆਦਾ ਆ। ਹਾਲਾਂਕਿ ਉਹ ਕਹਿੰਦੇ ਵੀ ਪਰ
ਕਿਉਂਕਿ ਸਾਡੀ ਜਿਹੜੀ ਯੂਨੀਵਰਸੈਲਿਟੀ ਹੈਗੀ ਆ ਇਹ ਹੈਲਥ ਕੇਅਰ ਦੀ, ਉਹ ਇਸੇ ਗੱਲ 'ਚ ਲਾਈ ਕਰਦੀ ਆ ਵੀ ਡਜ਼ਨਟ ਮੈਟਰ ਕੌਣ ਆ, ਉਹਨੂੰ ਇੱਕੋ ਜਿਹਾ ਹੀ ਸਾਰਿਆਂ ਨੂੰ ਟਰੀਟਮੈਂਟ ਦਿੱਤਾ ਜਾਂਦਾ। ਸੋ ਜੇ ਅਸੀਂ ਇਸ ਤਰ੍ਹਾਂ ਲੋਕਾਂ ਨੂੰ ਜੁਰਮਾਨਾ ਕਰਨ ਲੱਗ ਪਏ ਤਾਂ ਗੱਲ ਜਿਹੜੀ ਆ ਉਹ ਖਿਲਰ ਜਾਏਗੀ। ਉਹਨਾਂ ਨੇ ਐਗਜ਼ਾਮਪਲ ਦਿੱਤੀ ਵੀ ਕੋਈ ਬੰਦਾ ਜੇ ਸਿਗਰਟਸ ਪੀਂਦਾ ਤੇ ਕੱਲ੍ਹ ਨੂੰ ਉਹ ਲੰਗ ਕੈਂਸਰ ਦੇ ਇਲਾਜ ਲਈ ਜਾਂਦਾ ਤਾਂ ਫਿਰ ਉਹਦੇ ਤੋਂ ਜ਼ਿਆਦਾ ਪੈਸੇ ਲਏ ਜਾਣਗੇ। ਜਾਂ ਕੋਈ ਬੰਦਾ ਜੇ ਸਕੀਇੰਗ ਕਰਦਾ, ਉਹਦੀ ਲੱਤ ਟੁੱਟ ਜਾਂਦੀ ਆ ਤੇ ਉਹਦੇ ਤੋਂ ਪੈਸੇ ਜ਼ਿਆਦਾ ਲਏ ਜਾਣਗੇ। ਇਹ ਗੱਲਾਂ ਕਹਿੰਦਿਆਂ ਹੋਇਆਂ ਜੇਸਨ ਕੈਨੀ ਨੇ ਕਿਹਾ ਵੀ ਅਸੀਂ ਅਨਵੈਕਸੀਨੇਟਡ ਜਿਹੜੇ ਲੋਕ ਆ, ਜਿਹੜੇ ਨਹੀਂ ਇੱਥੇ ਲਵਾ ਰਹੇ ਟੀਕਾ ਵੈਕਸੀਨੇਸ਼ਨ ਦਾ, ਉਹਨਾਂ ਤੋਂ ਜੁਰਮਾਨੇ ਦੇ ਤੌਰ ਤੇ ਜ਼ਿਆਦਾ ਪੈਸੇ ਨਹੀਂ ਲੈਣੇ। ਜਿਸ ਤਰ੍ਹਾਂ ਕੁਬੈਕ ਦੇ ਵਿੱਚ ਪਿਛਲੇ ਦਿਨੀ ਕੁਬੈਕ ਦੇ ਪ੍ਰੀਮੀਅਰ ਮਿਸਟਰ ਲੈਗੋ ਹੋਰਾਂ ਨੇ ਅਨਾਊਂਸ ਕੀਤਾ ਸੀਗਾ ਵੀ ਜਿਹੜੇ ਲੋਕਾਂ ਨੇ ਟੀਕੇ ਨਹੀਂ ਲਵਾਏ ਵੈਕਸੀਨ ਦੇ, ਉਹ ਅਗਰ ਬਿਮਾਰ ਹੁੰਦੇ ਆ ਤਾਂ ਉਹਨਾਂ ਤੋਂ ਇੱਕ ਕਿਸਮ ਦਾ ਟੈਕਸ ਲਿਆ ਜਾਏਗਾ। ਉਹਦੀ ਬਹੁਤ ਵੈਸੇ ਵਿਰੋਧਤਾ ਹੋ ਰਹੀ ਹੈ ਮੁਲਕ ਦੇ ਵਿੱਚ, ਪਰ ਲੈਗੋ ਹੋਰੀ ਤੁਹਾਨੂੰ ਪਤਾ ਹੀ ਜਿਹੜੇ ਆਪਣੀ ਗੱਲ ਤੇ ਪਹਿਲਾਂ ਵੀ ਇਸੇ ਤਰ੍ਹਾਂ ਹੀ ਉਹਨਾਂ ਕਈ ਫੈਸਲੇ ਜਿਹੜੇ ਲਏ ਆ ਉਹ ਉਸ ਗੱਲ ਤੇ ਅੜੇ ਹੋਏ ਨੇ। ਔਰ ਦੂਸਰੀ ਖਬਰ ਇੱਕ ਆ ਰਹੀ ਹੈ ਜੀ, ਉਹ ਇਹ ਆ ਕਿ ਅਪੀਲ ਕੋਰਟ ਜਿਹੜੀ ਆ ਅਲਬਰਟਾ ਦੀ, ਉਹਨੇ ਇੱਕ ਔਰਤ ਜਿਹੜੀ ਬੈਟਰਡ ਔਰਤ ਸੀਗੀ, ਯਾਨੀ ਕਿ ਘਰ ਦੇ ਵਿੱਚ ਉਹਦੇ ਨਾਲ ਕੁੱਟਮਾਰ ਹੁੰਦੀ ਰਹਿੰਦੀ ਸੀ, ਉਸ ਔਰਤ ਦੀ ਸਜ਼ਾ ਉਹਨਾਂ ਨੇ ਜੀ ਘਟਾ ਕੇ 9 ਸਾਲ ਕਰ ਦਿੱਤੀ ਆ। ਪਲੱਸ ਉਹਨਾਂ ਨੇ ਕਿਹਾ ਵੀ ਜਿਹੜਾ ਟਾਈਮ ਉਹਨੇ ਆਲਰੇਡੀ ਸਰਵ ਕਰ ਚੁੱਕੀ ਆ ਉਹ ਉਹਦੇ ਵਿੱਚੋਂ ਘਟਾ ਦਿੱਤਾ ਜਾਵੇ। ਯਾਦ ਰਹੇ ਜੀ, ਇਹ ਇੱਕ ਟਾਊਨ ਆ ਇੱਥੋਂ ਐਡਮਿੰਟਨ ਤੋਂ ਕੋਈ 100 ਕਿਲੋਮੀਟਰ ਸਾਊਥ ਈਸਟ ਦੇ ਵਿੱਚ, ਹੋਲਡਨ ਅਲਬਰਟਾ ਦੇ ਵਿੱਚ। ਉੱਥੋਂ ਦੀ ਇਹ ਔਰਤ ਸੀ, ਹੈਲਨ ਨੈਸਲੈਂਡ ਉਹਦਾ ਨਾਂ ਆ। ਉਹਨੇ ਆਪਣੇ ਘਰ ਵਾਲੇ ਦੇ ਸਿਰ ਦੇ ਪਿੱਛੇ ਜਿਹੜੀਆਂ ਜੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਉਹ ਕਹਿੰਦੀ ਵੀ ਮੈਨੂੰ ਉਹ ਕੁੱਟਦਾ ਮਾਰਦਾ ਹੁੰਦਾ ਸੀਗਾ, ਬੁਰਾ ਹਾਲ ਕੀਤਾ ਸੀਗਾ, ਪਰ ਉਹ ਮੈਰਿਜ ਛੱਡ ਨਹੀਂ ਸੀ ਸਕੀ ਆਪਣੇ ਬੱਚਿਆਂ ਦੀ ਖਾਤਰ, ਔਰ ਦੂਸਰਾ ਨਾਲ ਉਹਨੂੰ ਥੋੜਾ ਡਿਪਰੈਸ਼ਨ ਵੀ ਰਹਿੰਦਾ ਸੀਗਾ। ਪਰ ਉਹ ਕਿਉਂਕਿ ਮਾਰ ਕੁਟਾਈ ਹੁੰਦੀ ਸੀਗੀ, ਇਸ ਕਰਕੇ ਜੀ ਉਹਨੇ ਉਹ ਗੋਲੀ ਚਲਾ ਕੇ ਤਾਂ ਆਪਣੇ ਘਰ ਵਾਲੇ ਦੀ, ਮਾਈਲਸ ਨੈਸਲਨ ਦੀ ਹੱਤਿਆ ਕਰ ਦਿੱਤੀ ਸੀ, ਜਿਹਦੀ ਵਜ੍ਹਾ ਕਰਕੇ ਇਹਨੂੰ, ਜਦੋਂ ਇਹਨੇ ਆਪਣਾ ਕਸੂਰ ਮੰਨ ਲਿਆ ਸੀ ਤਾਂ ਇਹਨੂੰ 18 ਸਾਲਾਂ ਦੀ ਸਜ਼ਾ ਦਿੱਤੀ ਗਈ ਸੀ। ਪਰ ਹੁਣ ਕਰਾਊਨ ਤੇ ਜਿਹੜਾ ਡਿਫੈਂਸ ਵਕੀਲ ਆ, ਉਹਨਾਂ ਨੇ ਇਕੱਠਿਆਂ ਨੇ ਪ੍ਰੈਜੈਂਟੇਸ਼ਨ ਦਿੱਤੀ ਜਿੱਥੋਂ ਉਹਨਾਂ ਨੂੰ ਲੱਗਾ ਵੀ ਇਹ 18 ਸਾਲ ਦੀ ਸਜ਼ਾ ਜ਼ਿਆਦਾ ਆ, ਤੇ 3 ਜੱਜਾਂ ਦੇ ਪੈਨਲ ਨੇ ਇਹ ਹੁਣ ਫੈਸਲਾ ਦਿੱਤਾ ਜੀ। ਸਪਲਿਟ ਡਿਸੀਜਨ ਆ। ਇੱਕ ਜੱਜ ਨੇ ਤੇ ਕਿਹਾ ਸੀਗਾ ਵੀ ਇਹ ਫਿੱਟ ਆ ਜਿਹੜੀ ਵੀ ਸਜ਼ਾ ਦਿੱਤੀ ਗਈ ਹੈ, ਪਰ 2 ਨੇ ਦੂਸਰੇ ਪਾਸੇ ਵੋਟ ਪਾਈ, ਜਿਹਦਾ ਕਰਕੇ ਹੁਣ ਇਹਦੀ ਸਜ਼ਾ ਜਿਹੜੀ ਆ ਜੀ ਹੈਲਨ ਨੈਸਲਨ ਦੀ ਉਹ 9 ਸਾਲ ਘੱਟ ਜਿਹੜਾ ਉਹਨਾਂ ਨੇ ਆਲਰੇਡੀ ਸਮਾਂ ਬਿਤਾ ਚੁੱਕੀ ਆ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮਿੰਟਨ। ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ, ਔਰ ਤਦ ਤੱਕ ਸਾਰੇ ਜਣੇ ਆਪਣਾ ਖਿਆਲ ਰੱਖਿਓ, ਸੁਰੱਖਿਅਤ ਰੱਖੋ ਖੁਦ ਨੂੰ ਤੇ ਦੂਜਿਆਂ ਨੂੰ ਵੀ ਜਿਹੜਾ ਹੈ ਉਹ ਸੁਰੱਖਿਅਤ ਰੱਖੋ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।